ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਬਾਅਦ ਵਿੱਚ ਬਾਬਾ ਲਹਿਣਾ ਜੀ ਨੇ ਜੋ ਗੁਰੂ ਜੀ ਬਚਨ ਬਖਸ਼ਿਸ਼ ਕਰਦੇ ਨੇ ਉਹਨਾਂ ਤੇ ਫੁੱਲ ਚੜਾਉਣੇ ਸ਼ੁਰੂ ਕਰ ਦਿੱਤੇ। ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਦੇ ਕੇ ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਉਹਨਾਂ ਨੂੰ ਸੰਭਾਲ ਕੇ ਤੇ ਆਪ ਪੂਰਨ ਤੌਰ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਇੱਕ ਵਾਰੀ ਮੈਂ ਅਰਜ਼ ਕਰਦੇ ਹਾਂ, ਇਤਿਹਾਸ ਦੀਆਂ ਕਲਮਾਂ ਵਿੱਚ ਮਨੁੱਖੀ ਸੋਚ ਸ਼ਾਮਲ ਹੋ ਸਕਦੀ ਹੈ, ਪਰ ਜਿਹੜੀ ਗੁਰਬਾਣੀ ਉੱਤੇ ਰੱਬੀ ਫੈਸਲਾ ਹੈ ਉਹ ਤੇ ਗੁਰੂ ਨਾਨਕ ਸਾਹਿਬ ਨੇ ਨਾ ਮੰਦਿਰਾਂ 'ਚ ਨਾ ਕਿਸੇ ਜਗ੍ਹਾ ਤੇ ਕੋਈ ਬਦਲਾ ਕੇ ਬੋਲੀ ਨਹੀਂ। ਇਹ ਤੇ ਕਬੂਲ ਹੀ ਉਹ ਹੋਈ ਹੋਈ ਹੈ ਬਾਣੀ, ਜਿਹੜੀ ਮਨੋ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕ ਸਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਨਾਂ ਰੱਬ ਦੇ ਪਿਆਰਿਆਂ ਦੇ ਇਹ ਅੰਮ੍ਰਿਤ ਬੋਲ ਨੇ ਜਿਹੜੀ ਰੱਬ ਨਾਲ ਇੱਕ ਮਿਕਤਾ ਹੈ। ਇਹ ਤੇ ਸਦੀਵ ਸੱਚ ਹੈ, ਇਹਨੂੰ ਕੋਈ ਝੁਠਲਾ ਨਹੀਂ ਸਕਦਾ। ਖੈਰ ਮੈਂ ਗੱਲ ਨੇੜੇ ਕਰਾਂ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਨੇ। ਗੁਰੂ ਨਾਨਕ ਸਾਹਿਬ ਨੇ ਇਸ ਗੁਰਿਆਈ ਦਾ, ਇਸ ਸੱਚ ਦਾ ਇੱਕ ਕਿਲਾ ਬਣਾਇਆ ਜਿਹਦੀ ਨੀਂਹ ਬੜੀ ਪੱਕੀ ਤੇ ਬਲਵਾਨ ਰੱਖੀ। ਤੇ ਉਹਦਾ ਕੀ ਸਬੂਤ ਹੈ? ਲੈਣੇ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵੰਦੇ। ਕਹਿੰਦੇ ਲੈਣੇ ਦੇ ਸਿਰ ਤੇ ਛਤਰ ਰੱਖਿਆ। ਗੁਰਿਆਈ ਦਾ ਬਹੁਤ ਜ਼ਿਕਰ ਆਏਗਾ, ਮੈਂ ਬਾਰ-ਬਾਰ ਜ਼ਿਕਰ ਕਰਾਂ। ਲੈਣੇ ਧਰਿਉਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵੰਦੇ। ਰੱਬ ਦੀਆਂ ਸਿਫਤਾਂ ਕਰਕੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਅੰਮ੍ਰਿਤ ਨੂੰ ਧਾਰਨ ਕੀਤਾ ਹੋਇਆ, ਉਸ ਲਹਿਣੇ ਦੇ ਸਿਰ ਤੇ ਛਤਰ ਰੱਖਿਆ, ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ। ਮਤ ਗੁਰ ਆਤਮ ਦੇਵ ਦੀ ਖੜ ਜੋੜ ਪਰਾ ਕੋ ਜੀਂਦੇ। ਕਹਿੰਦੇ ਉਹਨਾਂ ਨੇ ਕਿਰਪਾ ਕੀਤੀ, ਗੁਰੂ ਦੀ ਮਤ ਦੇ ਨਾਲ ਉਹਨਾਂ ਨੇ ਬਾਬੇ ਲਹਿਣੇ ਦੇ ਅੰਦਰੋਂ ਪਹਿਲਾਂ ਸਭ ਕੁਝ ਕੱਢ ਕੇ ਰੱਖ ਦਿੱਤਾ। ਬੜੇ ਤਾਕਤ ਬਲ ਜ਼ੋਰ ਦੇ ਨਾਲ ਉਹਨਾਂ ਨੇ ਅੰਦਰੋਂ ਵਸੇ ਹੋਏ ਪੁਰਾਣੇ ਸੰਸਕਾਰ ਸਾਰੇ ਕੱਢ ਦਿੱਤੇ। ਬਾਬਾ ਲਹਿਣੇ ਦਾ ਭਾਂਡਾ ਇੱਕੋ ਸਾਫ਼ ਹੈ ਜਿਹਦੇ ਵਿੱਚ ਗੁਰਿਆਈ ਦੀ ਦਾਤ ਟਿਕਾਉਣ ਲੱਗੇ ਨੇ। ਐਵੇਂ ਨਹੀਂ ਇੱਕ ਦਿਨ 'ਚ ਗੱਲ ਪ੍ਰਵਾਨ ਹੋਗੀ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮਦੈ ਸ਼ੈ ਟਿੱਕਾ ਦਿੱਤੋ ਸਜੀਵਦੈ। ਹੁਣ ਇਹ ਦੋ ਗੱਲਾਂ ਨੂੰ ਬਹੁਤ ਚੇਤੇ ਵਿੱਚ ਰੱਖਿਓ। ਜੇ ਤੁਸੀਂ ਵਕਤ ਮਿਲਿਆ ਮੁਗਲਾਂ ਦੇ ਇਤਿਹਾਸ ਵਿੱਚੋਂ, ਰਾਜ ਘਰਾਣਿਆਂ ਦੇ ਇਤਿਹਾਸ ਵਿੱਚੋਂ ਦੇਖਿਓ, ਪਹਿਲੇ ਨੂੰ ਕਤਲ ਕਰਕੇ ਜਾਂ ਜੇਲ੍ਹ 'ਚ ਪਾ ਕੇ ਜਾਂ ਧੋਖਾ ਦੇ ਕੇ ਉਹਨੂੰ ਹਟਾ ਕੇ ਤੇ ਗੱਦੀ 'ਤੇ ਬੈਠਿਆ ਜਾਂਦਾ। ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀਆਂ ਕੈਸੀਆਂ ਰਹਿਮਤਾਂ ਨੇ। ਗੁਰੂ ਨੇ ਚੇਲੇ ਭਾਵ ਬਾਬਾ ਲਹਿਣਾ ਜੀ ਨੂੰ ਗੁਰ ਚੇਲੇ ਰਹਿ ਰਾਸ ਦਾ ਅਰਥ ਹੁੰਦਾ ਨਮਸਕਾਰ ਕਰਨੀ। ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ। ਆਪਣੇ ਜਿਉਂਦਿਆਂ ਜੀ ਸਲਾਮਤ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ, ਬਾਬਾ ਲਹਿਣਾ ਜੀ ਨੂੰ ਮੱਥਾ ਟੇਕਿਆ ਸੀ। ਸ਼ੈ ਟਿੱਕਾ ਦਿੱਤੋ ਸਜੀਵਦੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ, ਇਹ ਨਹੀਂ ਵੀ ਮੇਰੇ ਤੋਂ ਚੜ੍ਹਾਈ ਕਰ ਜਾਣ ਤੋਂ ਬਾਅਦ ਵਿੱਚ, ਸ਼ੈ ਟਿੱਕਾ ਦਿੱਤੋ ਸਜੀਵਦੈ, ਆਪਣੇ ਹਯਾਤੀ ਵਿੱਚ। ਟਿੱਕਾ ਦਾ ਮਤਲਬ ਹੁੰਦਾ ਟਿਕਾ ਦੇਣਾ। ਟਿਕਾ ਤੋਂ ਹੀ ਟਿੱਕਾ ਬਣਿਆ। ਇਹ ਗੁਰਮਤਿ ਦਾ ਟਿੱਕਾ ਹੈ, ਇਹ ਉਹ ਜਿਹੜਾ ਦੁਨਿਆਵੀ ਟਿੱਕਾ ਨਹੀਂ ਹੈ। ਸ਼ੈ ਟਿੱਕਾ ਦਿੱਤੋ ਸਜੀਵਦੈ, ਆਪਣੇ ਜਿਉਂਦਿਆਂ ਜੀ ਆਪਣੀ ਜਗ੍ਹਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਟਿਕਾ ਦਿੱਤਾ, ਉੱਥੇ ਨਿਸ਼ਚਿਤ ਕਰ ਦਿੱਤਾ। ਇੱਕ ਬੇਨਤੀ ਹੋਰ ਕਰਾਂ। ਸਾਈਕਲ ਲੈਣ ਦੀ ਗੱਲ ਮੈਂ ਇੱਕ ਵਾਰੀ ਫਿਰ ਚੇਤੇ ਕਰਵਾ ਦਿਆਂ। ਕੇਵਲ ਗੁਰਦੁਆਰਿਆਂ ਦੇ ਪ੍ਰਬੰਧ ਦੀ ਗੱਲ ਨਹੀਂ, ਚਲੋ ਤਾਂ ਕਿਸੇ ਹੱਦ ਤੱਕ ਪ੍ਰਬੰਧਕ ਰਾਜਨੀਤੀ ਨਾਲ ਵੀ ਸੰਬੰਧਿਤ ਹੋ ਸਕਦੇ ਨੇ। ਇੱਥੇ ਤਾਂ ਧਾਰਮਿਕ ਦੁਨੀਆ ਦਾ ਇਹ ਹਾਲ ਹੈ, ਇੱਕ ਸਾਧ ਚੜ੍ਹਾਈ ਕਰਦਾ ਹੈ ਤੇ ਮੁੜ ਉਹਦੇ ਡੇਰੇ ਤੇ ਗੱਦੀਦਾਰ ਬੈਠਣ ਵਾਸਤੇ, ਕਿਉਂਕਿ ਪਹਿਲਾਂ ਵੀ ਛੱਡਣੀ ਨਹੀਂ ਚਾਹੁੰਦਾ, ਉਹ ਆਪਣੇ ਤੋਂ ਬਾਅਦ ਵਿੱਚ ਕਿੰਨੀ ਵਾਰੀ ਗੋਲੀਆਂ ਚੱਲਦੀਆਂ ਨੇ, ਕਿੰਨੀ ਵਾਰੀ ਕਿੰਨਾ ਕੁਛ ਹੁੰਦਾ, ਡੇਰੇ 'ਚੋਂ ਡੇਰਾ ਨਿਕਲਦਾ। ਇਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ। ਸਤਿਗੁਰੂ ਨੇ ਕੈਸੀਆਂ ਪਿਰਤਾਂ ਪਾਈਆਂ ਨੇ, ਇਸ ਗੱਲ ਨੂੰ ਬਹੁਤ ਤਵੱਜੋ ਦੇ ਕੇ ਸਮਝਿਓ। ਫਿਰ ਬਾਬਾ ਸੱਤਾ ਬਲਵੰਡ ਜੀ ਦੀ ਵਾਰ 'ਤੇ ਕੋਲ ਹੀ ਜਾਂਦੇ ਹਾਂ।
लैणे दी फिराइया नानका दोही खट्टी है, जोत ओहा जुगत साए शह काया फिर पलटी है। ਕਹਿੰਦੇ ਲਹਿਣੇ ਦੀ ਵੀ ਉਸੇ ਤਰ੍ਹਾਂ ਦੀ ਸੰਗਤ ਵਿੱਚ ਜਿਹੜੀ ਹੈ ਮਾਣ ਵਡਿਆਈ ਵੱਧ ਗਈ, ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੀ, ਉਸੇ ਤਰ੍ਹਾਂ ਉਹਨਾਂ ਦਾ ਵੀ ਅਦਬ ਸਤਿਕਾਰ ਬਣ ਗਿਆ। ਕਿਉਂ? ਕਿਉਂਕਿ ਜੋਤ ਉਹੀ ਜੋਤ ਹੈ, ਜੁਗਤ ਸਾਏ ਉਹੀ ਜੁਗਤ ਹੈ, ਜੀਵਨ ਜਿਉਣ ਦੀ ਜੁਗਤ, ਲੋਕਾਂ ਦੇ ਉਧਾਰ ਦੀ ਗੱਲ ਜਿਹੜੀ ਹੈ, ਸਮੁੱਚੇ ਜਿਹੜੇ ਅਸਲ ਵਿੱਚ ਨਿਯਮ ਨੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਲੇ ਨੇ, ਉਹਨਾਂ ਵਿੱਚੋਂ ਕੁਝ ਵੀ ਫਰਕ ਨਹੀਂ ਪਿਆ। ਝੁੱਲੇ ਸੋ ਛੱਤ ਨਿਰੰਜਨੀ ਮੱਲ ਤਖਤ ਬੈਠਾ ਗੁਰ ਹੱਟੀ ਹੈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਸੱਚ ਦੀ ਹੱਟੀ, ਜਿਹੜੀ ਸੱਚ ਦੀ ਹੱਟੀ ਸੀ, ਉਹਦੇ ਉੱਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆ ਕੇ ਬਿਰਾਜਮਾਨ ਹੋ ਗਏ ਅਤੇ ਉਹ ਉਵੇਂ ਗੁਰੂ ਨਾਨਕ ਸਾਹਿਬ ਜੀ ਵਾਂਗੂ ਹੀ ਬਰਕਤਾਂ ਵਰਤਾ ਰਹੇ ਨੇ। ਕੋਈ ਅੰਤਰ ਨਹੀਂ। ਕਰੇ ਜੇ ਗੁਰ ਫਰਮਾਇਆ, ਬਹੁਤ ਧਿਆਨ ਦੇ ਕੇ ਸੁਣਿਓ। ਕਹਿੰਦੇ ਇੱਥੇ ਕਿਵੇਂ ਹੋਇਆ? ਗੁਰੂ ਅੰਗਦ ਸਾਹਿਬ ਜੀ ਨੇ ਕੋਈ ਮੰਤਰ ਪੜ੍ਹਿਆ, ਕੋਈ ਜੰਤਰ ਪੜ੍ਹਿਆ, ਕੀ ਕੀਤਾ? ਕਹਿੰਦੇ ਨਹੀਂ, ਉਹਨਾਂ ਨੇ ਆਹ ਕੀਤਾ ਜਿਹੜਾ ਬਾਕੀ ਨਹੀਂ ਕਰ ਸਕੇ। ਕਰੇ ਜੇ ਗੁਰ ਫਰਮਾਇਆ, ਅਗਲੀ ਲਾਈਨ ਹੈ, ਸਿਲ ਜੋਗ ਅਲੂਣੀ ਚੱਟੀ ਹੈ। ਸਿਲ ਜੋਗ ਅਲੂਣੀ ਦਾ ਅਰਥ ਹੁੰਦਾ ਹੈ ਜਿਹੜੀ ਸੇਵਾ ਕਰਿਆ ਮੈਨੂੰ ਇਹ ਨਾ ਪਤਾ ਹੋਵੇ ਵੀ ਪ੍ਰਾਪਤੀ ਕੀ ਹੋਣੀ ਹੈ। ਕਈ ਵਾਰੀ ਅਸੀਂ ਪ੍ਰਾਪਤੀ ਨੂੰ ਸਾਹਮਣੇ ਰੱਖ ਕੇ ਵੀ ਉਸ ਲੋਭ ਦੇ ਵਿੱਚ ਸੇਵਾ ਕਰ ਲੈਂਦੇ ਹਾਂ ਵੀ ਮੈਨੂੰ ਆਹ ਪ੍ਰਾਪਤੀ ਹੋ ਜਾਣੀ ਇੱਥੋਂ ਅਤੇ ਮੈਂ 4 ਦਿਨ ਇਵੇਂ ਦੀ ਸੇਵਾ ਕਰ ਲਾਂ। ਆਹ ਬੜੀ ਪਿਆਰੀ ਬਾਤ ਹੈ। ਕਰੇ ਜੇ ਗੁਰ ਫਰਮਾਇਆ, ਸਿਲ ਜੋਗ ਅਲੂਣੀ ਚੱਟੀ ਹੈ। ਸਿਲ ਦਾ ਮਤਲਬ ਪੱਥਰ, ਅਲੂਣੀ ਦਾ ਮਤਲਬ ਹੁੰਦਾ ਜਿਹ 'ਚ ਕੋਈ ਸਵਾਦ ਹੀ ਨਹੀਂ, ਟੇਸਟ ਹੀ ਨਹੀਂ ਕੋਈ। ਕਹਿੰਦੇ ਇਹ ਗੱਲ ਇਵੇਂ ਸੀ ਜਿਵੇਂ ਪੱਥਰ ਨੂੰ ਚੱਟਣ ਵਾਲੀ ਗੱਲ ਹੁੰਦੀ ਹੈ। ਯਾਦ ਰੱਖਿਓ ਜੇ। ਕਹਿੰਦੇ ਗੁਰੂ ਸਾਹਿਬ ਦੇ ਬੋਲਾਂ ਨੂੰ ਬਾਬਾ ਲਹਿਣਾ ਜੀ ਨੇ ਇਵੇਂ ਕਮਾਇਆ। ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਬਾਅਦ ਵਿੱਚ ਮੈਨੂੰ ਪ੍ਰਾਪਤੀ ਕੀ ਹੋਣੀ ਹੈ। ਬਿਨਾਂ ਪ੍ਰਾਪਤੀ ਦੀ ਆਸ ਰੱਖਿਆ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਇਹ ਸੇਵਾ ਨਿਭਾਈ ਹੈ ਅਤੇ ਕੋਈ ਫਰਕ ਨਹੀਂ ਵਿੱਚ ਰੱਖਿਆ। ਕਹਿੰਦੇ ਫਿਰ ਇੱਥੇ ਬਸ ਨਹੀਂ, ਹੁਣ ਗੁਰੂ ਅੰਗਦ ਸਾਹਿਬ ਜੀ ਦੇ ਘਰ ਵਿੱਚ ਵੀ ਉਹੀ ਬਰਕਤਾਂ ਉਵੇਂ ਦੀਆਂ ਵਰਤੀ ਦੀਆਂ ਨੇ। ਹੁਣ ਤਾਂ ਇਉਂ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਵੀ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ 'ਚ ਸੀ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆ ਰੇ। ਇਸੇ ਤਰ੍ਹਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਸੱਚ ਜੇ ਗੁਰ ਫਰਮਾਇਆ, ਕਿਉਂ ਏਦੋਂ ਬੋਲੋਂ ਹਟੀ ਹੈ, ਜੋ ਗੁਰੂ ਜੀ ਨੇ ਸੱਚ ਕਿਹਾ। ਗੁਰੂ ਅੰਗਦ ਸਾਹਿਬ ਜੀ ਬਾਬਾ ਲਹਿਣਾ ਜੀ ਦਾ ਮਨ ਕਦੇ ਵੀ ਇਸ ਗੱਲ ਪਿੱਛੇ ਨਹੀਂ ਹਟਿਆ। ਕਿਉਂ ਏਦੋਂ ਬੋਲੋਂ ਹਟੀ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀ ਹੈ। ਆਪਣੇ ਪੀਰ ਦੀ, ਆਪਣੇ ਗੁਰੂ ਦੀ ਆਗਿਆ ਤੋਂ ਪਾਸਾ ਮੋੜ ਲਿਆ। ਨਾ ਮੰਨਣਾ ਇੱਕ ਵੱਖਰੀ ਗੱਲ ਸੀ। ਬਹੁਤ ਲੋਕਾਂ ਨੇ ਹੋ ਸਕਦਾ ਉਸ ਤਰੀਕੇ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲਾਂ ਨੂੰ ਨਾ ਲਿਆ ਹੋਵੇ ਜਿਵੇਂ ਬਾਬਾ ਲਹਿਣਾ ਜੀ ਨੇ ਲਿਆ, ਪਰ ਇੱਥੇ ਤਾਂ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਦਿੱਤੀ ਗੱਲ। ਇੱਕ ਨਵਾਂ ਪੱਖ ਸੀ ਸਾਰਿਆਂ ਦੇ ਸਾਹਮਣੇ ਪ੍ਰਗਟ ਕਰ ਦਿੱਤੀ ਗੱਲ ਸਤਿਗੁਰੂ ਜੀ ਨੇ ਵੀ ਮੈਂ ਆਪਣੇ ਪੁੱਤਾਂ ਨੂੰ ਗੱਦੀ ਕਿਉਂ ਨਹੀਂ ਦੇ ਕੇ ਚੱਲਿਆ। ਅੱਗੇ ਜਾ ਕੇ ਫਿਰ ਇੱਕ ਸਾਂਝ ਪਾਉਣੀ ਹੈ। ਇਹ ਇੱਕ ਨਵੇਕਲੀਆਂ ਗੱਲਾਂ ਸਨ। ਅੱਗੇ ਇਹ ਸੀ ਵੀ ਜਿਹੜਾ ਗੁਰੂ ਦੇ ਘਰ ਜੰਮਿਆ ਉਹ ਜੰਮਦਾ ਹੀ ਗੁਰੂ ਹੈ। ਜਿਵੇਂ ਬ੍ਰਾਹਮਣ ਦੇ ਘਰ ਜੰਮਿਆ ਉਹ ਬ੍ਰਾਹਮਣ ਗੁਰੂ ਹੈ ਅਤੇ ਉਹਦਾ ਪੁੱਤ ਗੁਰੂ ਹੀ ਜਿਉਂਦਾ ਸੀ, ਉਹਦੇ 'ਚ ਲਿਆਕਤ ਹੋਵੇ ਭਾਵੇਂ ਨਾ ਹੋਵੇ। ਗੁਰੂ ਨਾਨਕ ਸਾਹਿਬ ਨੇ ਉਲਟਾ ਕੇ ਰੱਖ ਦਿੱਤਾ। ਕਹਿਣ ਲੱਗੇ ਨਹੀਂ, ਜ਼ਰੂਰੀ ਨਹੀਂ ਗੁਰੂ ਦੇ ਘਰ ਜਨਮ ਲੈਣ ਵਾਲਾ ਪੁੱਤ ਵੀ ਗੁਰੂ ਹੀ ਹੋਵੇ। ਜੇ ਗੁਰੂ ਦਾ ਪੁੱਤਰ ਵੀ ਇਸ ਬਰਕਤ ਤੋਂ ਖਾਲੀ ਰਹਿ ਜਾਏਗਾ, ਯਕੀਨ ਕਰਕੇ ਜਾਣਿਓ ਉਹ ਪ੍ਰਵਾਨ ਨਹੀਂ ਹੋ ਸਕਦਾ। ਹਾਂ, ਕੋਈ ਬਾਹਰੋਂ ਆਇਆ ਬਾਬਾ ਲਹਿਣਾ,
ਉਹ ਹੋ ਸਕਦਾ ਬਰਕਤਾਂ ਨਾਲ ਨਵਾਜਿਆ ਜਾਵੇ ਤੇ ਉਹ ਇਸ ਘਰ ਦਾ ਆ ਕੇ ਭਾਗੀ ਬਣ ਜਾਏ, ਪਰ ਪੁੱਤਰ ਖਾਲੀ ਰਹਿ ਸਕਦੇ ਨੇ। ਜਦੋਂ ਮਹਾਤਮਾ ਬੁੱਧ ਇੱਕ ਉੱਚਤਮ ਅਵਸਥਾ ਵਿੱਚ ਪਹੁੰਚੇ, ਅੰਦਰ ਪ੍ਰਕਾਸ਼ ਹੋਇਆ ਸਾਧਨਾ ਦਾ ਸਦਕਾ, ਤਾਂ ਉਸ ਆਪਣੀ ਉੱਚਤਮ ਅਵਸਥਾ ਨੂੰ ਪ੍ਰਾਪਤ ਕਰਕੇ ਫਿਰ ਉਹ ਥਾਂ ਥਾਂ ਤੇ ਉਪਦੇਸ਼ ਕਰਦਿਆਂ ਆਪਣੇ ਵੀ ਰਾਜ ਵਿੱਚ ਗਏ। ਪਿਤਾ ਜੀ ਵੀ ਮਿਲਣ ਆਏ ਤੇ ਉਹਦੇ ਨਗਰ ਨਿਵਾਸੀ ਵੀ ਮਿਲਣ ਆਏ। ਉਹਦੀ ਘਰਵਾਲੀ ਬੜੀ ਸਿਆਣੀ ਸੀ ਯਸ਼ੋਧਰਾ। ਉਹਨੇ ਆਪਣੇ ਪੁੱਤਰ ਰਾਹੁਲ ਨੂੰ ਬਾਟਾ ਦੇ ਕੇ ਭੇਜਿਆ। ਕਹਿਣ ਲੱਗੀ, ਪੁੱਤ ਜਦੋਂ ਤੇਰੇ ਪਿਤਾ ਨਾਲ ਸਾਹਮਣਾ ਹੋਵੇ ਨਾ, ਤੇ ਸਾਹਮਣੇ ਬਾਟਾ ਕਰਕੇ ਇੱਕ ਗੱਲ ਕਵੀ ਵੀ, ਪਿਤਾ ਜੀ ਪਿਓ ਦੀ ਕੀਤੀ ਕਮਾਈ ਉੱਤੇ ਪੁੱਤਰ ਦਾ ਹੱਕ ਹੁੰਦਾ ਹੈ, ਤੇ ਤੁਸੀਂ ਬਹੁਤ ਲੰਮੀ ਸਾਧਨਾ ਕੀਤੀ ਹੈ, ਬਹੁਤ ਕੁਝ ਪ੍ਰਾਪਤ ਕੀਤਾ। ਮੈਂ ਚਾਹੁੰਦਾ ਤੁਸੀਂ ਆਪਣੀ ਕਮਾਈ ਵਿੱਚੋਂ ਮੇਰਾ ਬਣਦਾ ਹਿੱਸਾ ਮੇਰੇ ਭਾਂਡੇ 'ਚ ਪਾ ਦਿਓ। ਮਾਂ ਦੇ ਸਿਖਾਏ ਬੋਲਾਂ ਨੂੰ ਰਾਹੁਲ ਨੇ ਹੂਬਹੂ ਆਪਣੇ ਪਿਤਾ ਦੇ ਸਾਹਮਣੇ ਖਲੋ ਕੇ ਇਵੇਂ ਪੇਸ਼ ਕਰ ਦਿੱਤਾ। ਉਹ ਬੋਲ ਦਿੱਤੇ, ਬਾਟਾ ਹੱਥ ਵਿੱਚ ਹੈ। ਮਹਾਤਮਾ ਬੁੱਧ ਨੇ ਆਪਣੇ ਪੁੱਤਰ ਦੇ ਕੋਲ ਬੈਠੇ ਪਿਆਰ ਕਰਕੇ ਕਹਿਣ ਲੱਗੇ, ਪੁੱਤ ਸੱਚ ਹੈ, ਤੇਰੀ ਦੁਨੀਆ 'ਚ ਇਵੇਂ ਹੀ ਹੁੰਦਾ ਹੈ। ਜਿਹੜੀ ਤੇਰੀ ਦੁਨੀਆ ਨਾ, ਉਹਦੇ 'ਚ ਇਵੇਂ ਹੀ ਹੁੰਦਾ ਹੈ। ਪਿਤਾ ਦੀ ਕਮਾਈ ਉੱਤੇ ਪੁੱਤਰ ਦਾ ਹੱਕ ਬਣਦਾ ਹੈ, ਪਰ ਮੇਰੀ ਦੁਨੀਆ 'ਚ ਨਹੀਂ ਹੁੰਦਾ, ਧਰਮ ਦੀ ਦੁਨੀਆ 'ਚ ਨਹੀਂ ਹੁੰਦਾ। ਮੇਰੀ ਦੁਨੀਆ 'ਚ ਤਾਂ ਇਹ ਵੀ ਜਿਹੜਾ ਕਮਾਏਗਾ ਉਹੀ ਲਏਗਾ, ਭਾਵੇਂ ਪੁੱਤ ਹੋਵੇ, ਭਾਵੇਂ ਬਾਪ ਹੋਵੇ, ਭਾਵੇਂ ਮਾਂ ਹੋਵੇ, ਭਾਵੇਂ ਨਜ਼ਦੀਕੀ ਰਿਸ਼ਤਾ ਹੋਵੇ। ਇੱਥੇ ਪੁੱਤ ਪਿਤਾ ਦੀ ਵਿਰਾਸਤ ਅੱਗੇ ਨਹੀਂ ਮਿਲਦੀ, ਇੱਕ ਦੂਜੇ ਨੂੰ ਨਹੀਂ ਮਿਲਦੀ, ਇੱਥੇ ਤਾਂ ਕਮਾਉਣੀ ਓ ਪੈਂਦੀ ਹੈ। ਯਕੀਨ ਕਰਕੇ ਜਾਣਿਓ, ਗੁਰੂ ਨਾਨਕ ਸਾਹਿਬ ਨੇ ਵੀ ਕਿਰਪਾ ਕੀਤੀ, ਪੁੱਤ ਇਸ ਘਰ ਵਿੱਚੋਂ ਮਤ ਸੋਚੀ ਮੈਂ ਸਿੱਖਾਂ ਦੇ ਘਰ ਜਨਮ ਲੈ ਲਿਆ ਤੇ ਮੈਂ ਸਿੱਖ ਬਣ ਗਿਆ। ਬਿਲਕੁਲ ਨਹੀਂ। ਜੇ ਗੁਰੂ ਦੇ ਘਰ ਵਿੱਚ ਜੰਮਿਆ ਪੁੱਤ ਗੁਰੂ ਨਹੀਂ ਨਾ ਹੋ ਸਕਦਾ, ਸਿੱਖਾਂ ਦੇ ਘਰ 'ਚ ਜੰਮਿਆ ਬੱਚਾ ਵੀ ਸਿੱਖ ਨਹੀਂ ਹੋ ਸਕਦਾ। ਸਿੱਖ ਉਹੀ ਹੈ ਜਿਹਨੇ ਸਿੱਖੀ ਕਮਾਈ ਹੈ, ਉਹ ਭਾਵੇਂ ਬਾਹਰੋਂ ਆ ਜਾਏ, ਉਹ ਭਾਵੇਂ ਕਿ ਯੂਪੀ ਦਾ ਹੋਵੇ, ਬਿਹਾਰ ਦਾ ਹੋਵੇ, ਕਿਧਰੇ ਦਾ, ਪੰਜਾਬ ਦਾ ਹੋਵੇ, ਦਿੱਲੀ ਦਾ ਹੋਵੇ, ਕਿਸੇ ਦੇਸ਼ ਦਾ, ਅਮਰੀਕਾ, ਕੈਨੇਡਾ, ਕਿਸੇ ਜਗ੍ਹਾ ਦਾ ਵੀ ਹੋਵੇ, ਜਿਹਨੇ ਸਿੱਖੀ ਕਮਾਈ ਹੈ, ਸਿੱਖ ਤੇ ਉਹ ਹੈ। ਇਹ ਨਹੀਂ ਮੈਂ ਸਿੱਖਾਂ ਦੇ ਘਰ ਜਨਮ ਲੈ ਲਿਆ, ਮੈਂ ਸਿੱਖ ਬਣ ਗਿਆ। ਸਤਿਗੁਰੂ ਨੇ ਕਿਰਪਾ ਕੀਤੀ। ਇਹ ਪਹਿਲਾ ਵਕਤ ਸੀ ਜਦੋਂ ਆਪਣੇ ਪੁੱਤਰਾਂ ਨੂੰ ਪਾਸੇ ਕਰਕੇ ਬਾਹਰੋਂ ਆਏ ਕਿਸੇ ਸੇਵਕ ਨੇ ਉਸ ਦਾਤ ਦਾ ਵਾਰਸ ਬਣ ਗਿਆ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀ ਹੈ। ਫਿਰ ਅਗਲੀ ਗੱਲ, ਇੱਥੇ ਤੱਕ ਕਿੱਥੇ ਸੰਸਾਰੀ ਕਰਮਾਂ ਜਾ ਸਕਦੀਆਂ ਨੇ। ਕਹਿੰਦੇ ਦਿਲ ਖੋਟੇ ਆਕੀ ਫਿਰਨ, ਸਿਰ ਭਾਰ ਉਚਾਇਨ ਛੱਟੀ ਹੈ। ਕਹਿੰਦੇ ਦਿਲ ਵਿੱਚ ਖੋਟ ਹੈ, ਹੁਣ ਇਹਨੂੰ ਕੌਣ ਬਦਲਾ ਸਕਦਾ? ਇਹਨੂੰ ਕੌਣ ਬਦਲਾ ਸਕਦਾ? ਮੈਂ ਇਹ ਨਹੀਂ ਕਹਿੰਦਾ ਗੁਰੂ ਪੁੱਤਰ ਹੋਣ ਦੇ ਨਾਤੇ ਤੁਸੀਂ ਬਾਬਾ ਸ਼੍ਰੀ ਚੰਦ ਜੀ ਦਾ ਵੀ, ਬਾਬਾ ਲਖਮੀ ਦਾਸ ਜੀ ਦਾ ਵੀ ਸਨਮਾਨ ਕਰੀਏ, ਇਹ ਵੱਖਰਾ ਪੱਖ ਹੈ। ਪਰ ਜਦੋਂ ਗੁਰਗੱਦੀ ਦੀ ਕਸਵੱਟੀ ਦਾ ਇਤਿਹਾਸ ਆਵੇ, ਉਦੋਂ ਬਿਲਕੁਲ ਨਹੀਂ ਸਾਨੂੰ ਲੁਕਾਉਣਾ ਚਾਹੀਦਾ। ਜੋ ਗੁਰਬਾਣੀ ਦਾ ਦਿੱਤਾ ਸੱਚ ਹੈ, ਅਸੀਂ ਉਸ ਸੱਚ ਨੂੰ ਉਵੇਂ ਬਿਆਨ ਕਰਨਾ ਚਾਹੀਦਾ। ਜੇ ਅਸੀਂ ਇਹ ਉਵੇਂ ਬਿਆਨ ਨਹੀਂ ਕਰਦੇ ਤਾਂ ਮੈਂ ਸਮਝਦਾ ਅਸੀਂ ਵੀ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ। ਤੋ ਗੁਰਦੇਵ ਸੱਚੇ ਪਾਤਸ਼ਾਹ ਦੇ ਬੋਲ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਸੱਤਾ ਬਲਵੰਡ ਜੀ ਦੀ ਵਾਰ ਵਿੱਚ ਇਹ ਅੰਕਿਤ ਨੇ। ਉਹਨਾਂ ਨੇ ਗੁਰੂ ਅੰਗਦ ਸਾਹਿਬ ਦੇ ਗੁਰਗੱਦੀ ਬੈਠਣ ਦਾ ਬਹੁਤ ਜ਼ਿਕਰ ਕੀਤਾ। ਕਿਉਂਕਿ ਇੱਕ ਨਿਵੇਕਲੀ ਕਹਾਣੀ ਸੀ, ਪਹਿਲਾਂ ਕਦੇ ਇਵੇਂ ਹੋਇਆ ਨਹੀਂ ਸੀ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀ ਹੈ। ਦਿਲ ਖੋਟੇ ਆਕੀ ਫਿਰਨ, ਸਿਰ ਭਾਰ ਉਚਾਇਨ ਛੱਟੀ ਹੈ। ਉਹ ਲੋਕ ਲਾਜ ਦੀ ਛੱਟੀ, ਉਹ ਹੰਕਾਰ ਦੇ ਛੱਟ ਆਪਣੇ ਸਿਰ 'ਤੇ ਭਾਰ ਚੁੱਕੀ ਫਿਰਦੇ ਨੇ। ਉਹਨਾਂ ਨੇ ਆਪਣੇ ਪਿਤਾ ਦੇ ਬੋਲਾਂ ਨੂੰ ਉਹ ਥਾਂ ਨਹੀਂ ਦਿੱਤੀ ਜਿਹੜੀ ਉਹਨਾਂ ਨੂੰ ਦੇਣੀ ਚਾਹੀਦੀ ਸੀ। ਉਹਨਾਂ ਨੇ ਇਵੇਂ ਨਹੀਂ ਮੰਨਿਆ ਸਿਰ ਭਾਰ ਉਚਾਇਨ ਛੱਟੀ ਹੈ।
ਉਹ ਸਿਰਫ ਲੋਕ ਲਾਜ ਵਿੱਚ ਹੀ ਰਹਿ ਗਏ। ਜਿਨ ਆਖੀ ਸੋਈ ਕਰੇ, ਜਿਸ ਮਾਲਕ ਪਰਮੇਸ਼ਰ ਨੇ, ਇਹ ਨਿਰੰਕਾਰ ਨੇ ਰੀਤ ਚਲਾਈ ਸੀ ਤੇ ਉਹੀ ਕਰਦਾ। ਜਿਨ ਕੀਤੀ ਤਿਨ ਥਟੀ ਹੈ, ਕੌਣ ਹਾਰੇ ਕਿਨ ਉਵਟੀ ਹੈ। ਕਹਿਣ ਲੱਗੇ ਇਹ ਫੈਸਲਾ ਪਿਆਰਿਓ ਆਪਣੀਆਂ ਅਕਲਾਂ ਨਾਲ ਨਹੀਂ ਹੋ ਸਕਦਾ, ਇਹ ਤੇ ਗੁਰੂ ਜਾਣੇ। ਫਿਰ ਬੇਨਤੀ ਲਈ ਤੁਹਾਡਾ ਧਿਆਨ ਮੰਗਦਾ। ਇਹ ਗੱਲ ਕੁਦਰਤੀ ਹੈ। ਗੁਰੂ ਨੇ ਸਾਰੇ ਫੈਸਲੇ ਜਿਹੜੇ ਨਾ ਸੰਗਤ ਨਾਲ ਮਿਲ ਕੇ ਲਏ ਨੇ। ਬਹੁਤਾਤ ਫੈਸਲੇ ਤੁਸੀਂ ਦੇਖੋਗੇ ਸਿੱਖ ਸੰਗਤਾਂ ਦੇ ਇਕੱਠ ਵਿੱਚ ਬੈਠ ਕੇ ਫੈਸਲੇ ਲਏ ਨੇ, ਜਿਹਦਾ ਜ਼ਿਕਰ ਗੁਰਬਾਣੀ 'ਚੋਂ ਵੀ ਇੱਕ ਟੋਹ ਮਿਲ ਜਾਂਦੀ ਹੈ, ਸਾਨੂੰ ਛੂਹ ਮਿਲ ਜਾਂਦੀ ਹੈ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ। ਇਹ ਜਦ ਸੁਲੀਕਾਂ ਚੜ੍ਹ ਕੇ ਆਇਆ, ਭਾਵੇਂ ਗੱਲ ਗੁਰੂ ਅਰਜਨ ਪਾਤਸ਼ਾਹ ਦੀ ਹੈ, ਪਰ ਇਹ ਰੀਤ ਦੇਖਣ ਦੀ ਕੋਸ਼ਿਸ਼ ਕਰੀਏ ਵੀ ਜਿਹਨੇ ਫੈਸਲੇ ਸੁਣਦੇ ਸਨ ਨਾ, ਉਹ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਸੰਗਤ ਨਾਲ ਰਲ ਕੇ ਕਰਿਆ ਕਰਦੇ ਸਨ। ਪਰ ਜਿਹੜਾ ਆਹ ਵਾਲਾ ਫੈਸਲਾ ਹੁੰਦਾ ਸੀ ਨਾ ਵੀ ਇਹ ਪਵਿੱਤਰ ਦਾਤ ਕਿੱਥੇ ਟਿਕਾਉਣੀ ਹੈ, ਅਗਲੇਰਾ ਜਾਮਾ ਕਿਹੜਾ ਹੋਏਗਾ, ਇਹ ਫੈਸਲਾ ਸੰਗਤ ਦਾ ਨਹੀਂ ਸੀ ਹੁੰਦਾ। ਇਹ ਫੈਸਲਾ ਕਿਸੇ ਦੀ ਸਲਾਹ ਨਾਲ ਨਹੀਂ ਸੀ ਹੁੰਦਾ। ਇਹ ਤਾਂ ਗੁਰੂ ਦੀ ਤਰਾਜੂ ਵਿੱਚ, ਇਹ ਤਾਂ ਗੁਰੂ ਦੀ ਤੱਕੜੀ 'ਚ ਤੋਲਿਆ ਫੈਸਲਾ ਹੁੰਦਾ ਸੀ। ਇਹਨੂੰ ਕੋਈ ਨਹੀਂ ਸੀ ਬਦਲਾ ਸਕਦਾ, ਇਹ ਕਿਸੇ ਨਾਲ ਸਲਾਹ ਨਹੀਂ ਸੀ ਹੁੰਦੀ। ਸਤਿਗੁਰੂ ਜੀ ਦੀ ਇਸ ਚੋਣ ਨੂੰ ਬਾਬਾ ਸੱਤਾਵਲ ਵੰਡ ਜੀ ਤੇ ਲਿਖੀ ਹੋਈ ਬਾਰ ਵਿੱਚੋਂ ਫਿਰ ਦਰਸ਼ਨ ਕਰਦੇ ਹਾਂ। ਉਹ ਕਹਿੰਦੇ ਪਏ ਕਬੂਲ ਖਸਮ ਨਾਲ। ਖਸਮ ਨਾਲ ਕਿਉਂ ਕਬੂਲ ਹੋਏ? ਉਹ ਕੋਈ ਵੱਖਰਾ ਸਨੇਹ ਸੀ, ਕੋਈ ਵੱਖਰਾ ਪੱਖ ਸੀ? ਕਹਿੰਦੇ ਨਹੀਂ, ਜਾਂ ਘਾਲ ਮਰਦੀ ਘਾਲੀ। ਉਹਨਾਂ ਨੇ ਘਾਲ ਘਾਲੀ ਹੈ। ਇਹ ਸੁਨੇਹਾ ਉਹਨਾਂ ਨੇ ਗੁਰੂ ਦੇ ਅੰਮ੍ਰਿਤ ਬੋਲਾਂ ਨੂੰ ਉਵੇਂ ਕਮਾਇਆ ਹੈ। ਇਹ ਮਰਦਾਂ ਵਾਲੀ ਘਾਲ ਸੀ। ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ। ਮਾਤਾ ਖੀਵੀ ਇੱਕ ਨਿਵੇਕਲਾ ਪੱਖ ਹੈ ਉਹਦੇ ਪਤੀ ਦਾ। ਇਹੋ ਜਿਹੀ ਘਾਲਣਾ ਨਹੀਂ ਕੋਈ ਘਾਲ ਸਕਦਾ, ਇੰਨਾ ਪਿਆਰ ਕਦੇ ਕੋਈ ਨਹੀਂ ਪਾ ਸਕਦਾ। ਮੈਂ ਬੇਨਤੀ ਕਰਨੀ ਚਾਹੁੰਦਾ, ਗੁਰਗੱਦੀ ਦਾ ਬਹੁਤਾ ਜ਼ਿਕਰ ਗੁਰਬਾਣੀ ਵਿੱਚੋਂ ਮਿਲ ਜਾਂਦਾ ਹੈ। ਪਤਾ ਨਹੀਂ ਅਸੀਂ ਉਹਨਾਂ ਕਲਮਾਂ ਮਗਰ ਜੁੜ ਕੇ ਤੇ ਉਸ ਸੱਚ ਨੂੰ ਕਿਉਂ ਝੁਠਲਾਉਣ ਦੇ ਮਗਰ ਤੁਰੇ ਹੋਏ ਹਾਂ। ਥੋੜ੍ਹਾ ਜਿਹਾ ਜ਼ਿਕਰ ਹੋਰ ਕਰਨਾ ਚਾਹੁੰਦਾ। ਹੋਰਿਓਂ ਗੰਗ ਬਹਾਈਐ ਦੁਨਿਆਈ ਆਖੈ ਕਿ ਕਿਉਂ ਨਾ। ਕਹਿੰਦੇ ਆ ਤਾਂ ਉਲਟੀ ਗੰਗਾ ਬਹਾ ਦਿੱਤੀ। ਸੰਸਾਰ ਸੋਚਦਾ ਵੀ ਆਹ ਕੀ ਹੋ ਗਿਆ, ਇਹ ਕਿਵੇਂ ਹੋ ਗਿਆ? ਉਹਨੇ ਆਪਣੇ ਪੁੱਤਰਾਂ ਨੂੰ ਕਿਉਂ ਨਾ ਕੁਛ ਦਿੱਤਾ। ਸਤਿਗੁਰੂ ਜੀ ਦੇ ਘਰ ਦੀ ਮਾਤਾ ਖੀਵੀ ਦੇ ਪਤੀ ਦੇ ਦਰ ਤੇ ਇਹ ਦਾਤ ਕਿਵੇਂ ਉਹਨਾਂ ਨੂੰ ਮਿਲੀ? ਗੁਰੂ ਅੰਗਦ ਸਾਹਿਬ ਜੀ ਕੋਲੇ ਕਿਵੇਂ ਗਈ? ਬਾਬਾ ਲਹਿਣਾ ਜੀ ਇੱਥੇ ਤੱਕ ਬਰਕਤਾਂ ਵਿੱਚ ਕਿਵੇਂ ਬਰਾਜੇ ਗਏ? ਹੋਰਿਓਂ ਗੰਗ ਬਹਾਈਐ ਦੁਨਿਆਈ ਆਖੈ ਕਿ ਕਿਉਂ ਨਾਨਕ ਈਸ਼ਰ ਜਗਨਨਾਥ ਉੱਚ ਹੱਦੀ ਬੈਨ ਬਿਰ ਕਿਉਂ। ਕਹਿੰਦੇ ਤਾਂ ਬਹੁਤ ਉੱਚੀ ਅਵਸਥਾ ਦੀ ਗੱਲ ਹੈ। ਲੈਣੇ ਧਰਿਓਂ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਛੇਤੀ ਮਿਕਿਓਨ। ਅਗਲੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਓ। ਜੇ ਕਿਸੇ 'ਚ ਸ਼ੰਕਾ ਵੀ ਰਹਿ ਜਾਏ ਤੇ ਉਹ ਇਹ ਪੰਕਤੀਆਂ ਨਾਲ ਕੱਢ ਲੈਣਾ ਚਾਹੀਦਾ ਹੈ। ਜਿਨ੍ਹਾਂ ਨੂੰ ਇਹਨਾਂ ਪੰਕਤੀਆਂ 'ਤੇ ਵਿਸ਼ਵਾਸ ਨਾ ਆਇਆ, ਉਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਤੋਂ ਬੜੇ ਦੂਰ ਬੈਠੇ ਨੇ। ਮੈਂ ਗੁਰਬਾਣੀ ਦੀਆਂ ਪੰਕਤੀਆਂ ਵਿੱਚੋਂ ਫੈਸਲੇ ਸੁਣਾਉਣ ਲੱਗਾ ਹੋਇਆ। ਸਿੱਖਾਂ ਪੁੱਤਰਾਂ, ਕੋਈ ਸ਼ੱਕ ਹੈ? ਫਿਰ ਦੁਬਾਰੇ, ਸਿੱਖਾਂ ਪੁੱਤਰਾਂ ਕੋਖ ਕਹਿ। ਅਗਲਾ ਸ਼ਬਦ ਬੜਾ ਪਿਆਰਾ ਹੈ। ਸਭ ਉਮਤ, ਉਮਤ ਦਾ ਅਰਥ ਹੁੰਦਾ ਸੰਗਤ। ਵੇਖਿਓ ਜੇ ਕਿਉਂ ਗੁਰੂ ਨੇ ਆਪਣੀ ਲੰਮੇਰੇ ਸਮੇਂ ਦੀ ਪਰਖ ਵਿੱਚ ਆਪਣੇ ਸਿੱਖਾਂ ਨੂੰ, ਆਪਣੇ ਪੁੱਤਾਂ ਨੂੰ, ਦੇਖੋ ਵੱਖੋ ਵੱਖਰੇ ਸ਼ਬਦ ਨਹੀਂ ਹੈ, ਇੱਕੋ ਲਾਈਨ 'ਚ ਨੇ। ਆਪਣੇ ਸਿੱਖਾਂ ਨੂੰ, ਆਪਣੇ ਪੁੱਤਰਾਂ ਨੂੰ, ਸਾਰਿਆਂ ਨੂੰ ਘੋਖ ਕੇ ਇਹ ਵਿਚਾਰ ਕੀਤੀ, ਤੱਤ ਕੱਢਿਆ। ਸਿੱਖਾਂ ਪੁੱਤਰਾਂ ਘੋਖ ਕੇ
ਸਭ ਉਮਤ ਵੇਖਿਓ ਜੇ ਕਿਉਂ, ਜਾਂ ਸਦੋਸ਼ ਤਾਂ ਲੈਣਾ ਟਿਕਿਓ ਨਾ। ਮੈਂ ਫਿਰ ਪੜ੍ਹਦਾ, ਆਨੰਦ ਲਓ ਇਹਨਾਂ ਪੰਕਤੀਆਂ ਦਾ। ਜਾਂ ਸਦੋਸ਼ ਤਾਂ ਲੈਣਾ ਟਿਕਿਓ। ਜਦੋਂ ਸਾਰਿਆਂ ਚੋਂ ਸ਼ੁੱਧ ਦੇਖਿਆ, ਹੁਣ ਇਹਦੇ ਬਰਾਬਰ ਪੰਕਤੀ ਰੱਖ ਕੇ ਪੜੋ। ਦਿਲ ਖੋਟੇ ਆਕੀ ਫਿਰਨ, ਸਿਰ ਭਾਰ ਉਚਾਇਨ ਛੱਟੀ ਹੈ। ਹੁਣ ਆਹ ਪੰਕਤੀ ਪੜੋ, ਜਾਂ ਸਦੋਸ਼ ਤਾਂ ਲੈਣਾ ਟਿਕਿਓ। ਆਓ ਪਿਆਰ ਵਾਲਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚੋਣ ਦੇ ਉੱਤੇ ਉਹਨਾਂ ਨੇ ਕਿਹਨਾਂ ਨੂੰ ਛੱਡਿਆ ਤੇ ਕਿਹਨਾਂ ਨੂੰ ਵਾਰਸ ਬਣਾਇਆ। ਆਪਣੀਆਂ ਅਕਲਾਂ ਦੇ ਦਾਗ ਲਾ ਕੇ ਗੁਰੂ ਦੇ ਪਵਿੱਤਰ ਇਤਿਹਾਸ ਨੂੰ ਦਾਗੀ ਨਾ ਕਰੀਏ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਨਾ, ਮੈਂ ਕਿਸੇ ਪ੍ਰਚਾਰਕ ਦੀ ਕੋਈ ਇਸ ਤਰ੍ਹਾਂ ਦੀ ਟਾਂਚ ਵਾਲੀ ਗੱਲ ਨਹੀਂ ਕਰ ਰਿਹਾ। ਮੈਂ ਚਾਹੁੰਦਾ ਵੀ ਆਪਣੇ ਵਿਰਸੇ ਤੋਂ ਵਾਕਫ ਹੋਈਏ। ਹੱਥ ਜੋੜ ਕੇ ਬੇਨਤੀ ਕਰਨ ਲੱਗਾ ਸਾਂ, ਜਦੋਂ ਸਾਨੂੰ ਗੁਰੂ ਨਾਨਕ ਦਾ ਨਾਂ ਲਿਆ ਏਡੇ ਅਦਬ ਦੀ ਰੋਟੀ ਮਿਲਦੀ ਹੈ, ਫਿਰ ਕਿਉਂ ਜਣੇ ਖਣੇ ਦੀ ਚਾਕਰੀ ਕਰਨਾ ਮਨਾ? ਤੈਨੂੰ ਗੁਰੂ ਨਾਨਕ ਤੇ ਵਿਸ਼ਵਾਸ ਨਹੀਂ ਹੈ, ਤੈਨੂੰ ਭਰੋਸਾ ਨਹੀਂ ਹੈ। ਜਦੋਂ ਉਹਦਾ ਨਾਂ ਲਿਆ, ਜਦੋਂ ਉਹਦਾ ਨਾਂ ਲਿਆ ਅੰਦਰ ਭਰ ਜਾਂਦਾ ਬਰਕਤਾਂ ਨਾਲ। ਜਦੋਂ ਉਹਦਾ ਨਾਂ ਲਿਆ ਤੇਰਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ। ਜਦੋਂ ਉਹਦਾ ਨਾਂ ਲਿਆ ਤੇਰੀਆਂ ਝੋਲੀਆਂ ਭਰ ਜਾਂਦੀਆਂ ਨੇ ਬਰਕਤਾਂ ਨਾਲ। ਵਾਸਤਾ ਜੇ ਰੱਬ ਦਾ ਗੁਰੂ ਨਾਨਕ ਦੀ ਚੋਣ ਨੂੰ ਇਵੇਂ ਨਾ ਪਤਾ ਕੀ ਕਰੀਏ। ਮੈਨੂੰ ਮਾਫ ਕਰਿਓ, ਪਰ ਮੈਂ ਸੱਚ ਕਹਿਣਾ ਚਾਹੁੰਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ। ਸਤਿਗੁਰੂ ਜਦੋਂ ਗੁਰਗੱਦੀ ਤੇ ਬਿਰਾਜਮਾਨ ਕਰ ਰਹੇ ਸਨ, ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੱਸ ਚੰਦੋ ਰਾਣੀ ਜਾਂ ਕਬੀਲੇ ਸ਼ਰੀਕੇ ਦੇ ਕੁਝ ਲੋਕ ਇਕੱਠੇ ਹੋ ਕੇ ਆਏ। ਇਸ ਗੱਲ ਨੂੰ ਜਸਵੰਤ ਸਿੰਘ ਨੇਕੀ ਨੇ ਬੜੇ ਪਿਆਰ ਵਿੱਚ ਲਿਖਿਆ। ਉਹ ਆ ਕੇ ਰੌਲਾ ਪਾਉਣ ਲੱਗੇ ਵੀ ਤੁਸੀਂ ਗੁਰਗੱਦੀ ਆਪਣੇ ਪੁੱਤਰਾਂ ਨੂੰ ਕਿਉਂ ਨਹੀਂ ਦਿੱਤੀ? ਗੁਰੂ ਨਾਨਕ ਸਾਹਿਬ ਨੇ ਪਹਿਲਾ ਜਵਾਬ ਦਿੱਤਾ। ਕਹਿਣ ਲੱਗੇ, ਜਿਸ ਭਾਂਡੇ ਵਿੱਚ ਜਾਤ ਟਕਾਈ ਜਾਣੀ ਉਹ ਭਾਂਡਾ ਹੀ ਨਹੀਂ ਇਹਨਾਂ ਕੋਲ। ਕਹਿਣ ਲੱਗੇ ਲੈਣੇ ਕੋਲ ਹੈ? ਕਹਿਣ ਲੱਗੇ ਹੈ। ਕਹਿਣ ਲੱਗੇ ਲੈਣੇ ਨੂੰ ਕਿਹਨੇ ਦਿੱਤਾ? ਕਹਿਣ ਲੱਗੇ ਮੈਂ ਦਿੱਤਾ। ਕਹਿੰਦੇ ਫਿਰ ਤਾਂ ਵਿਤਕਰਾ ਸਾਹਮਣੇ ਹੀ ਹੈ। ਉਹ ਭਾਂਡਾ ਤੁਸੀਂ ਪੁੱਤਰਾਂ ਨੂੰ ਕਿਉਂ ਨਹੀਂ ਦਿੱਤਾ? ਹਜ਼ੂਰ ਕਹਿਣ ਲੱਗੇ ਮੈਂ ਦਿੱਤਾ ਇਹਨਾਂ ਨੂੰ ਵੀ ਸੀ, ਇਹਨਾਂ ਨੇ ਸਾਂਭਿਆ ਨਹੀਂ। ਬਾਬਾ ਸ਼੍ਰੀ ਚੰਦ ਲਖਮੀ ਦਾਸ ਕਹਿਣ ਲੱਗੇ ਨਹੀਂ, ਸਾਨੂੰ ਨਹੀਂ ਦਿੱਤਾ, ਤੁਸੀਂ ਭੁੱਲ ਰਹੇ ਹੋ ਕਿਸੇ ਵੇਲੇ। ਸਾਹਿਬ ਕਹਿੰਦੇ ਮੈਂ ਚੇਤਾ ਕਰਵਾਉਣਾ, ਮੈਨੂੰ ਯਾਦ ਹੈ ਜਦੋਂ ਬਾਟਾ ਚਿੱਕੜ ਵਿੱਚ ਸੁੱਟਿਆ ਸੀ, ਸ਼੍ਰੀ ਚੰਦ ਤੈਨੂੰ ਕਿਹਾ ਸੀ ਨਾ ਕੱਢ ਲੈ, ਤੂੰ ਕਿਹਾ ਸੀ ਇਹੋ ਜਿਹੇ ਬਾਟੇ ਹੋਰ ਬਥੇਰੇ। ਕੱਲ ਕੋਈ ਗਰੀਬ ਸਿੱਖ ਕਿਸੇ ਮੋਹ ਮਮਤਾ ਦੇ ਕਿਸੇ ਵਿਕਾਰਾਂ ਦੇ ਚੱਕਰ 'ਚ ਫਸਿਆ ਹੋਇਆ ਤੇ ਉਹ ਤੇਰੇ ਅੱਗੇ ਗੁਰੂ ਬਣਨ ਤੋਂ ਬਾਅਦ ਵਿੱਚ ਪੁਕਾਰ ਕਰੇ, ਤੂੰ ਕਹਿਣਾ ਸੀ ਇਹੋ ਜਿਹੇ ਸਿੱਖ ਹੋਰ ਬਥੇਰੇ। ਮੈਨੂੰ ਉਹ ਨਹੀਂ ਚਾਹੀਦਾ ਜਿਹੜਾ ਮਾਮੂਲੀ ਬਾਟੇ ਨੂੰ ਬਾਟੇ ਦੀ ਕੀਮਤ ਸਮਝ ਕੇ ਚਿੱਕੜ ਵਿੱਚੋਂ ਨਾ ਕੱਢੇ। ਮੈਨੂੰ ਤੇ ਉਹ ਚਾਹੀਦਾ ਸੀ ਜਿਹੜਾ ਗੁਰੂ ਦੇ ਬੋਲਾਂ ਤੇ ਕੰਮ ਕਰੇ। ਕਿਸੇ ਗਰੀਬ ਨੇ ਵੀ ਸਹਾਰਾ ਲੈਣਾ ਹੋਵੇ, ਚਿੱਕੜ ਵਿੱਚੋਂ ਫਸੇ ਨੇ, ਬਾਂਹ ਪਕੜਾਉਣ ਲਈ ਬਿਨਤ ਕਰਨੀ ਹੋਵੇ ਗੁਰੂ ਦੀ, ਤੇ ਤੇਰੇ ਵਰਗਾ ਤੇ ਕਹਿ ਦੇਗਾ ਤੇਰੇ ਵਰਗੇ ਸਿੱਖ ਹੋਰ ਬਥੇਰੇ। ਪੁੱਤ ਲਖਮੀ ਦਾਸ ਤੈਨੂੰ ਵੀ ਆਖਿਆ ਸੀ ਨਾ ਬਾਟਾ ਕੱਢ ਲੈ, ਤੇ ਤੂੰ ਜੋ ਵੀ ਉਹੀ ਬੋਲੇ ਸਨ ਵੀ ਇਹੋ ਜਿਹੇ ਬਾਟੇ ਹੋਰ ਬਥੇਰੇ। ਨਾਲੇ ਲੈਣਾ ਕਿਸ ਕੰਮ ਦਾ ਜੇ ਇਹ ਅਸੀਂ ਉਹ ਬਾਟੇ ਕੱਢਣੇ ਨੇ? ਹੁਣ ਦੱਸੋ ਬਾਟਾ ਕਿਹਨੇ ਕੱਢਿਆ ਸੀ? ਗੱਲ ਇਕੱਲੇ ਬਾਟੇ ਦੀ ਨਹੀਂ ਸੀ, ਗੱਲ ਤਾਂ ਉਸ ਜਿਹੜਾ
गुरु ने रहमत करके भांडा धोए बैस धूप देवो तो दूधे को जावो दूध कर्म पुन सुरत समायन होए निराश जमावो जपो ता एको नामा अवर निराफल कामा। वो जिहड़ा कर्म इस लहने ने कीता ना तो किसी होर ने नहीं कीता, इसलिए बाटा इहदे कोल है। उसे भावना के बाटे च मैं सिੱਖੀ सजाउण लगा। डॉक्टर जसवंत सिंह नेकी की गल करन लगा सां, उन्होंने बड़ी प्यारी बात लिखी है। कहते उस वेले रौला पै गया भी चलो उस ये गुझी जी गल सी, एक बुझारत जी सी, पुत्र उस वेले नहीं समझ सके, उम्र का भी तकाजा सी, एडी तजर्बेकार उम्र रही सी, हुणे वडेरे हो गए ने। कहन लगे बाबा बुढ़ा जी उस वेले आए तो उन्होंने आके गुरु नानक साहब जी की तली के उत्ते एक सिक्का रख दिता। तली उत्ते सिक्का रख के मुट्ठी भी बंद नहीं है, सिर्फ स्पष्ट है, उत्ते सिक्का पिया दिसदा है। ते बाबा बुढ़ा जी कहन लगे गुरु नानक साहब जी तली ते की पिया? बाबा श्री चंद कहन लगे लो देख लो, जिहो जो मेरा पिता वो जो दे सेवक ने, उन्हें भला किनू नहीं दिसदा भी सिक्का पिया? बाबा बुढ़ा जी ने बदला के रखिया, दूजा पासा करके रखे, हुण देख लो। कहते सिक्का ही सिक्के का दूजा पासा हो गया, होर की बदलना है? लक्ष्मी दास नूं पुछया भी की है, वो भी कहते सिक्का पिया। हुण बाबा बुढ़ा जी कहन लगे धन गुरु अंगद साहब जी महाराज वाल, कहन लगे लेना चीज तुसीं दस सकदे हो भी गुरु नानक साहब जी तली ते की पिया? एक पल ना बोले, एक पल ना बोले, प्यार ना कहन लगे मेरे को कित्थे ताकत मैं दस सकां गुरु नानक साहब की तली ते की पिया? मैं तो इन्नी गल ही कह सकदा है, वो दुनिया के लोगों ये मैनू दसो तो सही गुरु नानक की तली ते की नहीं पिया? बाबा बुढ़ा जी कहन लगे एक नू गुरु कला बापू दिसदा है, एक नू गुरु रब दा भेजिया मानवता दे उधार वाला गुरु दिसदा है। हुण तुसीं दसो गुरु नानक साहब ने तो बहुत बरकतां कीतियां ने, इन्हां ने जो पिता वाली चीज़ है वो अपने पुत्रां नूं दित्ती है, पर जो अलाही दात है वो बाबे लैणे नूं बख्शिश कीती है। इसलिए इहदे उत्ते हक गुरु अंगद साहब महाराज का ही है। ये गल हमेशा चेता रखियो जे, सिख किसी दुविधा विच ना पवे। अंदरों भी गुरबाणी दे जदों जिन्नी बारी भी शब्द पढ़ोगे उत्ते तुहानूं मिल जाएगा महला पहला, महला दूजा, महला तीजा, महला चौथा, महला पंजवां, महला नौवां। उत्तों पता लग जाएगा भी किहड़े गुरु की गल चल रही है, पर विचों शब्द नानक ही मिलेगा, क्योंकि अंदरों सारे एक ने, इको ही जोत है। इस तरह जिहड़ी बेनती मैं करनी चाहुंदा सां, सतगुरु ने कृपा कर दी, बख्शिश कर दी, उस तरह की दात जोत एक करके सतगुरु गुरु अंगद साहब सच्चे पातशाह जी नूं तख्त ते बिठाया। कदे भी अंदरों भी गुरु वखरा नहीं होया ते बाहरों भी कदे भी एक तख्त के उत्ते दो गुरु नहीं कदे विराजमान होए। बहुत ध्यान दे के सुनियो, कदे भी एक तख्त के उत्ते दो गुरु नहीं बैठे। हुण गुरु अंगद साहब जी दरबार च बैठते ने ते धन गुरु नानक साहब जी उन्हां दे दरबार च आके थल्ले बैठते ने। याद रखो जी, वो कदे उत्ते नहीं बैठते। उत्ते तख्त के उत्ते धन गुरु अंगद साहब जी बैठते ने। असी गुरु अर्जन पातशाह जी दी दरबार साहब दे अंदर अकाल तख्त साहब कोठा साहब दे विच बिछाई हुई चादर का जिक्र बहुत बारी करते, मुबारक बहुत वधिया। पर गुरु नानक साहब का जिक्र भी करना चाहिए नाल, भी गुरु अंगद साहब जी तख्त ते बैठते सन। पर चेता रखियो उदों गुरु नानक साहब जी संगत विच बैठिया करते सन, तख्त ते नहीं सी बैठे। सिख नूं कदे भुलेखा ना पवे, गुरु इको ही है। अगली गल एक होर कह के समाप्ति करनी चाहुंदा। सतगुरु गुरु नानक साहब जी ने अपनी जोत गुरु अंगद साहब जी दे टका के
आप मत्था टेकिया। बाबा बुढ़ा जी ने उस पहले प्रकाश की बाबे लैणे के रूप में संगत ने देखा सी, पर गुरु अंगद साहब जी के रूप में देखने की पहली अरदास बाबा बुढ़ा जी ने की सी। गुरगद्दी जी सारी रस्म करके गुरु नानक साहब जी उन्होंने गुरगद्दी ते विराजमान करके ते आप गुरु दरबार च आते रहे। एक गल होर स्पष्ट करते हैं, कुछ दिनों बाद कई 7 दिन लिखते हैं, कई 5 दिन लिखते हैं, एक वखरा पक्ष है। सतगुरु गुरु नानक साहब सच्चे पातशाह जी ज्योति जो समा गए। हुण इत्थे भी एक बहुत बड़ा भुलेखा है, सानू वो भी अपने जीवन में सच करके समझ लेना चाहिए। एक कथा कहानियां बना दित्तियां भी जदों गुरु साहब दे उत्ते उस वेले एक चादर पाई सी, हिंदू आके अपने तौर पर लगे झगड़ा करन, मुसलमान अपने तौर पर लगे झगड़ा करन। तो उस वेले जदों चादर चुक के देखी तो थले फुल सन। माफ़ करियो, एक कुदरत के नियमां की पालना नहीं है। जेड़े गुरु ने सारी जिंदगी ये वचन किए, हुण हुक्म रजाई चलना नानक लिखिया नाल, वो आखिरी वेले इवें दा किवें कर सकते हैं? नहीं। उस वेले गुरु नानक साहब जी का संस्कार गुरु के प्यारे प्यारे सिख बाबा बुढ़ा जी वर्गे महान गुरु अंगद साहब जी अते उन्हां दे परिवार वालों अदब सत्कार नाल कीता गया सी रावी दे कंढे। हाँ, एक छोटी जी बेनती होर करनी चाहुंदा। ये सरदार सरदूल सिंह कबीसर ने ये बड़ी प्यारी अपनी किताब लिखी सिख धर्म दर्शन, उहदे भूमिका विच भी लिखे बोल ने बड़े प्यारे। कहते 1920 के नेड़े एक गुरु नानक साहब जी के विचार जीवन उत्ते एक विचार गोष्ठी हुई शिमले की धरती ते। उहदे च एक सरदार जोगिंदर सिंह उन्होंने एक लेख पढ़िया गुरु नानक साहब जी के बारे च, बड़ा भावक वाला लेख सी। वो लेख ज्यों समाप्त होया त्यों एक लाहौर तो आए राम शरण हिंदू धर्म नाल संबंधित सन, वो उठ के खलो गए, कहन लगे जी मैनू इस लेख ते बहुत इतराज़ है। कहने क्यों? कहन लगे जिस पक्ष च इन्होंने पेश किया मैनू चंगा नहीं लग्या। मैनू तो लगता भी गुरु नानक साहब जी हिंदू धर्म के सुधारक सन, समाज में बहुत सुधार किया उन्होंने। वो तो हिंदू धर्म के असीं उन्होंने देवी देवतियां वर्गे ना नहीं दिते, पर वो हिंदू ही सन। समुची जीवन की झलक उन्हां चों लभदी है। वो मंदिरां च गए, आरतियां कीतियां, पूजा करनी सिखाई, किन्ना पक्ष उन्हां दे जीवन विचों मिलदा। वो हजे गल पूरी करके बैठ के सरदार जोगिंदर सिंह जवाब देंदे, पर उस तो पहले एक जुल्फकार अली खान, कई बार चलदियां गल्लां चों गल चेते आ जाती है, ये मलेरकोटले दे सन। ये उठ के खलो के कहन लगे जी मैनू जोगिंदर सिंह दे नाल नाल राम शरण की गल ते भी इतराज़ है। वो पुछण लगे क्यों? कहन लगे मैनू इस गल का इतराज़ है भई वो तो असल च मुसलमान सन। देखो किसी तस्वीर नूं वो नहीं मनदे, किसी होर चीज़ नूं वो नहीं मनदे, एक खुदा की गल करते हैं, एक तो बिना किसी नहीं मनदे। तो मक्के गए सन, तो बगदाद गए सन, उन्होंने नमाज़ां पढ़न की गल की है, वो तो मुसलमान सन। तुहानूं भुलेखा लगदा। उसे वेले उसे ही मीटिंग दे विच एक अडवायर नाम का गोरा भी बैठा सी, वो उठ के खलो गया, कहन लगे माफ़ करना मैनू लगता गुरु नानक साहब ईसाई सन। जिन्नियां ईसाई धर्म दीयां चंगियाइयां ने मैनू गुरु नानक साहब के जीवन चों लभियां ने। जदों सरदार जोगिंदर सिंह ने लेख पढ़िया, आखिर फैसला होया भाई सज्जनों गल विचली यह है भी गुरु नानक साहब कोल है सचिआरता, गुरु नानक साहब कोल है सच, गुरु नानक साहब कोल ने वो उत्तम बातां उन्हां दे जीवन विच जिहड़ियां दी झलक तुहानूं सारे धर्मां विचों पैंदी है, वो तो सारियां दे सांझे सन। मैं बेनती करनी चाहुंदा इस गल च कोई दोहरावा नहीं, गुरु नानक साहब सारियां दे सांझे सन। पर याद रखियो जे रावी दे किनारे करतारपुर साहब की धरती के उत्ते गुरु नानक साहब जी का उस तरह संस्कार किया गया सी जिमें विधि विधान नाल करना चाहिदा सी।
ਇਹ ਨਹੀਂ ਵੀ ਚਾਦਰ ਦੇ ਥੱਲਿਆਂ ਤੋਂ ਫੁੱਲ ਨਿਕਲੇ ਸਨ। ਨਹੀਂ, ਉਹ ਗੁਰੂ ਕੇ ਸਿੱਖਾਂ ਨੇ, ਹਾਂ ਉਸ ਵੇਲੇ ਸੰਸਕਾਰ ਵੇਲੇ ਹਿੰਦੂ ਮੁਸਲਮਾਨ ਬਹੁ ਗਿਣਤੀ 'ਚ ਆਏ ਹੋਣਗੇ, ਬਾਕੀ ਵੀ ਆਏ ਹੋਣਗੇ, ਇਹ ਇੱਕ ਵੱਖਰਾ ਪੱਖ ਹੈ। ਆਓ ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਸਾਹਿਬ ਜੀ ਦੀ ਸਮੁੱਚੀ ਸ਼ਖਸੀਅਤ ਦੇ ਦਰਸ਼ਨ ਅਗਲੀ ਵਿਚਾਰ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਤੱਕ ਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ ਮੇਰੀ ਇੱਕੋ ਇੱਕ ਲਾਲਸਾ ਹੈ। ਜਿਵੇਂ RSS ਜਾਂ ਹੋਰ ਕਈ ਸਿੱਖੀ ਵਿਰੋਧੀ ਵਿਚਾਰਧਾਰਾ ਸਿੱਖ ਇਤਿਹਾਸ ਨੂੰ ਵਿਗਾੜਨ ਲੱਗੇ ਹੋਏ ਨੇ, ਜਿਹਦੇ 'ਚ ਪ੍ਰਚਾਰਕ ਸ਼੍ਰੇਣੀ ਵੀ ਸ਼ਾਮਲ ਹੈ, ਤੇ ਇੱਕੋ ਹੀ ਦਿਲ 'ਚ ਹੂਕ ਉੱਠਦੀ ਹੈ ਆਪਣੇ ਜਿਉਂਦਿਆਂ ਜੀ ਇਸ ਇਤਿਹਾਸ ਨੂੰ ਸਾਂਭ ਕੇ ਤੇ ਸਿੱਖਾਂ ਦੇ ਘਰ ਘਰ ਤੱਕ ਪਹੁੰਚਾ ਦੇਵਾਂ, ਤਾਂ ਕਿ ਜਦੋਂ ਵੀ ਕਦੇ ਉਹ ਰਲੇ ਹੋਏ ਇਤਿਹਾਸ ਦੇ ਦਰਸ਼ਨ ਕਰਨਗੇ ਤਾਂ ਉਹਨਾਂ ਨੂੰ ਇਹ ਗੁਰੂ ਦੀ ਗੱਲ ਅਤੇ ਉਹ ਮਿਲਾਵਟ ਵਾਲਾ ਇਤਿਹਾਸ ਦੋਨਾਂ ਵਿੱਚੋਂ ਪਰਖ ਪੜਚੋਲ ਕਰਨੀ ਸੌਖੀ ਹੋ ਜਾਏ। ਮੇਰੀ ਇੱਕੋ ਇੱਕ ਲਾਲਸਾ, ਇਹ ਵੀ ਕੋਈ ਦਾਅਵਾ ਨਹੀਂ ਵੀ ਜੋ ਮੈਂ ਕਹਿਣਾ ਉਹੀ ਸੱਚ ਹੈ। ਤੁਸੀਂ ਅੱਗੇ ਅੱਗੇ ਘੋਖਿਓ, ਜਿੰਨਾ ਕੁ ਮੈਨੂੰ ਸਮਝ ਲੱਗਦੀ ਹੈ ਮੈਂ ਉਹਨਾਂ ਕੁ ਤੁਹਾਡੇ ਨਾਲ ਸਾਂਝਾ ਕਰਦਾ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਖਿਮਾ ਬਖਸ਼ਿਸ਼ ਕਰਨੀ। ਅਦਬ ਸਤਿਕਾਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।